ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸੁਰਤ ਇੱਕ ਟੱਕ ਨਾਮ ਵਿੱਚ ਲੀਨ ਰਹਿੰਦੀ, ਰਸਨਾ ਨਾਮ ਰਤੀ ਲਾਲ ਗੁਲਾਲ ਹੋਈ ਰਹਿੰਦੀ। ਆਖਾ ਜੀਵਾ ਵਿਸਰੈ ਮਰ ਜਾਓ। ਇਹ ਵਾਲੀ ਗੱਲ ਸੀ। ਖੱਦਰ ਦੇ 3 ਕੱਪੜੇ ਹੀ ਸਰੀਰ ਤੇ ਹੁੰਦੇ, ਕਈ ਹਾੜ ਸਿਆਲ ਇੰਜ ਹੀ ਪਿੰਡੇ ਤੇ ਹੰਡਾਏ। ਘਰ ਦੇ ਬਾਹਰ ਵਾਰ ਖੂਹ ਹੀ ਸੀ, ਉਥੋਂ ਇਸ਼ਨਾਨ ਕਰ ਲੈਣਾ। ਕਈ ਵਾਰੀ ਸਰਦੀਆਂ ਵਿੱਚ ਵੀ ਪਿੰਡ ਦੇ ਲਾਗੇ ਵਗਦੇ ਸੂਏ ਤੋਂ ਇਸ਼ਨਾਨ ਕਰਨਾ। ਪਾਣੀ ਬਰਫ਼ ਵਰਗਾ ਠੰਡਾ ਹੁੰਦਾ ਸੀ। ਸਭ ਤੋਂ ਪਹਿਲਾਂ ਸਿਰ ਵਿੱਚ ਪਾਣੀ ਪਾਉਣਾ। ਆਪ ਬਚਨ ਕਰਿਆ ਕਰਦੇ ਸਨ ਕਿ ਸਿਰ ਇੰਜਣ ਹੁੰਦਾ ਹੈ, ਸਾਰੇ ਸਰੀਰ ਨੂੰ ਤੋਰਦਾ ਹੈ। ਇਸ ਨੂੰ ਠੰਡਾ ਰੱਖਣਾ ਚਾਹੀਦਾ ਹੈ। ਇਸ ਨੂੰ ਠੰਡਾ ਰੱਖੀਏ ਤਾਂ ਦੇਹ ਠੀਕ ਰਹਿੰਦੀ ਹੈ। ਕਦੇ ਕਦੇ ਸਿਰ ਵਿੱਚ ਤੇਲ ਵੀ ਝੱਸਦੇ, ਖਾਸ ਕਰਕੇ ਜਿੱਥੇ ਬੋਦੀ ਹੁੰਦੀ ਹੈ ਉਸ ਥਾਂ ਤੇ। ਆਪ ਕਦੇ ਕਦੇ ਬਚਨ ਕਰਿਆ ਕਰਦੇ ਸਨ। ਉਸ ਸਮੇਂ ਸਿਰ ਵਿੱਚ ਇੰਜ ਹੁੰਦਾ ਸੀ ਜਿਵੇਂ ਕੋਈ ਅੰਗਿਆਰ ਭਰਦਾ ਹੋਵੇ। ਮੱਥਾ ਤਪਦਾ ਰਹਿੰਦਾ ਸੀ। ਕੀ ਹੁੰਦਾ ਸੀ ਇਹ ਤਾਂ ਉਹੀ ਜਾਣਨ। ਸ਼ਾਇਦ ਸੁਰਤ ਦੇ ਇੱਕ ਥਾਂ ਤੇ ਟਿਕੇ ਰਹਿਣ ਕਰਕੇ ਇੰਜ ਹੁੰਦਾ ਹੋਵੇਗਾ। ਜਿਵੇਂ ਸੂਰਜ ਦੀਆਂ ਕਿਰਨਾਂ ਲੈਂਸ ਵਿੱਚੋਂ ਲੰਘ ਕੇ ਇੱਕ ਥਾਂ ਤੇ ਪੈਂਦੀਆਂ ਹਨ, ਉਹ ਥਾਂ ਬਹੁਤ ਗਰਮ ਹੋ ਜਾਂਦਾ ਹੈ, ਜਾਂ ਕੋਈ ਹੋਰ ਕਾਰਨ, ਪਤਾ ਨਹੀਂ। ਸਿਰ ਉੱਪਰ ਪਾਣੀ ਜ਼ਰੂਰ ਪਾਉਂਦੇ। ਸਤਿਕਾਰਯੋਗ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਵੀ ਦੱਸਦੇ ਸਨ ਕਿ ਸਾਧਨਾ ਦੀ ਅਵਸਥਾ 'ਚ ਮੇਰਾ ਸਰੀਰ ਬਹੁਤ ਤਪਦਾ ਹੁੰਦਾ ਸੀ। ਸਿਰ ਇੰਜ ਭਖਦਾ ਜਿਵੇਂ ਸਿਰ ਤੇ ਅੰਗਿਆਰ ਰੱਖੇ ਹੋਣ। ਕਈ ਦਿਨ ਸਿਰ ਤੇ ਗਿੱਲਾ ਕੱਪੜਾ ਰੱਖ ਛੱਡਣਾ। ਠੰਡ ਦੇ ਦਿਨਾਂ ਵਿੱਚ ਵੀ ਗੰਗਾ ਵਿੱਚ ਜਾ ਵੜਨਾ, ਪਰ ਮੈਂ ਡਰਦਾ ਨਹੀਂ ਸਾਂ। ਇੱਕ ਵਾਰੀ ਇੱਕ ਵੇਦਾਂਤੀ ਸਾਧੂ ਆਇਆ। ਉਸ ਨੂੰ ਘਰ ਵਾਲੇ ਬੁਲਾ ਕੇ ਲਿਆਏ। ਇਸ ਤੋਂ ਪਹਿਲਾਂ ਕਈ ਹਕੀਮ ਮੈਨੂੰ ਵੇਖ ਗਏ ਸਨ। ਉਸ ਸਾਧੂ ਨੇ ਵੇਖਦਿਆਂ ਹੀ ਕਹਿ ਦਿੱਤਾ, ਇਸ ਨੂੰ ਕੁਝ ਨਹੀਂ ਹੋਇਆ। ਅੰਦਰ ਭਗਤੀ ਦਾ ਤੂਫਾਨ ਉੱਠਿਆ ਹੋਇਆ ਹੈ। ਪੁਰਾਣੇ ਸੰਸਕਾਰ ਸੜ ਰਹੇ ਹਨ। ਘਬਰਾਓ ਨਹੀਂ, ਕੁਝ ਦੇਰ ਬਾਅਦ ਸਭ ਕੁਝ ਸਹਿਜ ਹੋ ਜਾਵੇਗਾ, ਪੂਰਨਤਾ ਆ ਜਾਵੇਗੀ। ਇਸ ਬੱਚੇ ਨੇ ਸਾਰੀ ਦੁਨੀਆ ਨੂੰ ਰਸਤਾ ਦਿਖਾਉਣਾ ਹੈ, ਸਭ ਠੀਕ ਹੋ ਜਾਵੇਗਾ। ਜਿਸ ਤਰ੍ਹਾਂ ਕੜਾਹੀ ਵਿੱਚ ਪਏ ਦਾਣੇ ਸੇਕ ਨਾਲ ਬਹੁਤ ਤੜਪਦੇ ਹਨ, ਇੱਧਰ ਉੱਧਰ ਭੁੜਕਦੇ ਹਨ, ਪਰ ਜਦੋਂ ਅੰਦਰਲਾ ਤੁਖਮ ਸੜ ਜਾਂਦਾ ਹੈ ਤਾਂ ਫਿਰ ਨਹੀਂ ਹਿਲਦੇ, ਕਿੰਨਾ ਵੀ ਸੇਕ ਕਿਉਂ ਨਾ ਹੋਵੇ। ਇਹ ਤੁਖਮ ਹੀ ਦੁਬਾਰਾ ਉੱਗਦਾ ਹੈ। ਜਨਮ ਮਰਨ ਦਾ ਮੂਲ ਹੈ। ਇੰਜ ਹੀ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਛੇਤੀ ਨਾਲ ਨਹੀਂ ਸੜਦੇ। ਰਾਤ ਦਿਨ ਅੰਦਰ ਗਿਆਨ ਦੀ ਹਨੇਰੀ ਚੱਲਦੀ ਹੈ, ਜਪ ਤਪ ਦੀ ਭੱਠੀ ਤਪਦੀ ਹੈ। ਨਾਮ ਦੀ ਝੱਲ ਇੰਨੀ ਤੇਜ਼ ਚੱਲਦੀ ਹੈ ਕਿ ਪਿਛਲੇ ਸਭ ਕਰਮ, ਸਭ ਸੰਸਕਾਰ ਇਸ ਵਿੱਚ ਦਗਧ ਹੋ ਜਾਂਦੇ ਹਨ। ਸਿਰਫ ਇੱਕ ਸਤ ਚਿਤ ਆਨੰਦ ਆਤਮਾ ਹੀ ਬਾਕੀ ਰਹਿ ਜਾਂਦਾ ਹੈ। ਉਹੀ ਇਸ ਦਾ ਆਪਾ ਹੈ। ਗੁਰਬਾਣੀ ਵਿੱਚ ਵੀ ਅਜਿਹੇ ਹਵਾਲੇ ਮਿਲਦੇ ਹਨ। ਜਿਵੇਂ ਕੁਠਾਲੀ ਵਿੱਚ ਪਿਆ ਸੋਨਾ ਬੜਾ ਤੜਫਦਾ ਹੈ ਤੇ ਇੱਧਰ ਉੱਧਰ ਹਿਲਦਾ ਹੈ, ਪਰ ਜਦੋਂ ਸਾਰੀ ਮੈਲ ਸੜ ਜਾਂਦੀ ਹੈ ਤਾਂ ਫਿਰ ਨਹੀਂ ਹਿਲਦਾ। 12 ਵੰਨੀ ਦਾ ਸ਼ੁੱਧ ਹੋ ਜਾਂਦਾ ਹੈ। ਜਿਉ ਕਨਕੋ ਕੋਠਾਰੀ ਚੜਿਓ, ਕਬਰੋ ਹੋਤ ਫਿਰੋ। ਜਬ ਤੇ ਸੁਧ ਪਏ ਹੈ ਬਾਰਹ, ਤਬ ਤੇ ਥਾਨ ਥਿਰੋ। ਸੰਤ ਦੱਸਦੇ ਹੁੰਦੇ ਸਨ ਕਿ ਅੰਦਰ ਇੱਕ ਤੂਫਾਨ ਜਿਹਾ ਆਇਆ ਰਹਿਣਾ, ਸਿਰ ਨੂੰ ਜਿਵੇਂ ਬਰਲੂ ਜਿਹਾ ਚੜ੍ਹ ਜਾਣਾ। ਪਤਾ ਨਹੀਂ ਕੌਣ ਆਇਆ ਕੌਣ ਗਿਆ, ਕੀ ਕਰਨਾ ਹੈ ਕੀ ਸੋਚਣਾ ਹੈ। ਪੂਰੀ ਤਰ੍ਹਾਂ ਰੱਬ ਦੇ ਆਸਰੇ ਹੋ ਜਾਣਾ। ਕਈ ਵਰੇ ਤਾਂ ਸਰੀਰ ਦੀ ਸੁੱਧ ਬੁੱਧ ਹੀ ਨਹੀਂ ਰਹੀ। ਨੀਂਦ ਉੱਡ ਪੁੱਡ ਗਈ ਸੀ। ਅੱਖਾਂ 'ਚ ਹਰ ਵੇਲੇ ਜਿਵੇਂ ਕਿਸੇ ਦੀ ਉਡੀਕ ਰਹਿੰਦੀ। ਸੁਰਤ ਪੂਰੀ ਤਰ੍ਹਾਂ ਗਗਨੰਤਰ ਵਾਸੀ ਹੋ ਗਈ ਸੀ। ਸਵਾਮੀ ਰਾਮਕ੍ਰਿਸ਼ਨ ਜੀ ਦੱਸਦੇ ਸਨ, ਉਸ ਅਵਸਥਾ ਵਿੱਚ ਅੰਦਰ ਇੰਨੀ ਖਲਬਲੀ ਜਿਹੀ ਮਚੀ ਰਹਿੰਦੀ ਹੈ ਜਿਵੇਂ ਜਾਨ ਨਿਕਲਦੀ ਜਾ ਰਹੀ ਹੋਵੇ। ਨਾਮ ਤੋਂ ਬਗੈਰ ਇੱਕ ਸਵਾਸ ਵੀ ਨਹੀਂ ਸੀ ਛੁੱਟਦਾ।
ਰੋਟੀ ਖਾਂਦਿਆਂ ਵੀ ਨਹੀਂ। ਕਿਸੇ ਨਾਲ ਗੱਲ ਨਹੀਂ ਸੀ ਹੁੰਦੀ। ਪੂਰੇ 6 ਸਾਲ ਮੈਨੂੰ ਨੀਂਦ ਨਹੀਂ ਆਈ। ਮੇਰੀਆਂ ਅੱਖਾਂ ਦੀਆਂ ਪਲਕਾਂ ਜੜ ਹੋ ਗਈਆਂ ਸਨ। ਨਾ ਕਿਸੇ ਸਮੇਂ ਦੀ ਸੁੱਧ, ਨਾ ਸਰੀਰ ਦੀ। ਲੱਗਦਾ ਸੀ ਜਿਵੇਂ ਪਾਗਲ ਹੋ ਜਾਵਾਂਗਾ। ਫਿਰ ਸੋਚ ਆਉਣੀ, ਸਰੀਰ ਨਸ਼ਟ ਹੁੰਦਾ ਹੈ ਤਾਂ ਹੋ ਜਾਵੇ, ਮੈਂ ਪ੍ਰਭੂ ਦੇ ਚਰਨ ਨਹੀਂ ਛੱਡਾਂਗਾ। ਇੱਕ ਛਿਣ ਵੀ ਉਹਦੀ ਯਾਦ ਨਹੀਂ ਸੀ ਵਿਸਰਦੀ। ਸੰਤਾਂ ਦੀ ਅਵਸਥਾ ਵੀ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਵੇਖੀ, ਉਹ ਵੀ ਐਸੀਆਂ ਹੀ ਗੱਲਾਂ ਦੱਸਦੇ ਸਨ। ਨਾਮ ਵਿੱਚ ਇੰਨੀ ਲਿਵਲੀਨਤਾ ਕਿ ਮਨ ਸਭ ਪ੍ਰਕਾਰੀ ਰਸਾਂ ਕਸਾਂ ਤੋਂ ਉਚਾਟ ਹੋ ਗਿਆ। ਸਾਰਾ ਦਿਨ ਕੋਈ ਬੋਲ ਨਹੀਂ, ਕੋਈ ਗੱਲਬਾਤ ਨਹੀਂ। ਹਰ ਸਵਾਸ ਨਾਮ ਨਾਲ ਭਿੱਜਾ। ਅੱਖਾਂ ਜਿਵੇਂ ਹਰ ਵੇਲੇ ਬੈਰਾਗ ਅਤੇ ਉਡੀਕ ਨਾਲ ਭਰੀਆਂ। ਉੱਚਾ ਨਹੀਂ ਸਨ ਵੇਖਦੇ, ਨੈਣ ਨੀਵੇਂ ਰੱਖਦੇ। ਆਪ ਇੱਕ ਵਾਰ ਸੰਗਤ ਸਮੇਤ ਸ੍ਰੀ ਬਾਬਾ ਲਾਲ ਜੀ ਦੇ ਸਥਾਨ ਤੇ ਧਿਆਨਪੁਰ ਵਿਖੇ ਜਨਮ ਦਿਹਾੜੇ ਤੇ ਗਏ। ਕਾਫੀ ਮੇਲਾ ਸੀ। ਰਾਏ ਚੱਕ ਦਾ ਸਾਧ ਗਰੀਬ ਦਾਸ ਆਪ ਦੇ ਦਰਸ਼ਨ ਕਰਨ ਆਇਆ। ਆਪ ਇੱਕ ਪਾਸੇ ਬੈਠੇ ਸਨ। ਕਹਿਣ ਲੱਗਾ, ਮੇਲਾ ਤਾਂ ਸਾਰਿਆਂ ਲੋਕਾਂ ਵੇਖਿਆ, ਪਰ ਇਹਨਾਂ ਨੂੰ ਪਛਾਣਿਆ ਕਿਸੇ ਨਹੀਂ। ਆਪਣੇ ਚੇਲਿਆਂ ਨੂੰ ਕਹਿਣ ਲੱਗਾ, ਸਾਧ ਤਾਂ ਇਹ ਹੈ ਜਿਸ ਦੇ ਪੈਰਾਂ 'ਚ ਚੱਪਾ ਚੱਪਾ ਵਿਆਹੀਆਂ ਪਾਟੀਆਂ ਨੇ। ਸੰਤਾਂ ਨੇ ਅੱਗੋਂ ਬੜੀ ਰਮਜ਼ ਨਾਲ ਜਵਾਬ ਦਿੱਤਾ, ਪੈਰਾਂ 'ਚ ਤਾਂ ਵਿਆਹੀਆਂ ਚੱਪਾ ਚੱਪਾ ਨੇ, ਪਰ ਉੱਥੇ ਭਾਵ ਖੁਦਾ ਨਾਲ ਸੂਈ ਜਿੰਨੀ ਵੀ ਵਿੱਚ ਨਹੀਂ। ਹਰ ਹਰ ਜਨ ਦੁਇਕ ਹੈ, ਬਿਬ ਵਿਚਾਰ ਕਛ ਨਾਹਿ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਬਿਖੈ ਸਮਾਹਿ। ਮਨ ਕਰਕੇ ਘਰ ਗ੍ਰਸਤੀ ਦੀ ਕੋਈ ਖਿੱਚ ਨਹੀਂ ਸੀ ਰਹੀ। ਵਾਹੀ ਜੋਤੀ ਦਾ ਕੰਮ ਲੋੜ ਅਨੁਸਾਰ ਕਰਨਾ, ਡੰਗਰ ਚਾਰਨੇ, ਪੱਠੇ ਪਾ ਛੱਡਣੇ। ਵਧੇਰੇ ਭਾਰ ਹੁਣ ਮਾਤਾ ਜੀ ਨੇ ਸੰਭਾਲ ਲਿਆ ਸੀ। ਬੱਚਿਆਂ ਦੀ ਦੇਖਭਾਲ, ਸਮਾਜਿਕ ਵਰਤੋਂ ਵਿਹਾਰ, ਹੋਰ ਅਨੇਕ ਜ਼ਿੰਮੇਵਾਰੀਆਂ। ਕਈ ਵਾਰ ਉਹ ਖਿਝ ਵੀ ਜਾਂਦੇ। ਇਹ ਕੁਦਰਤੀ ਸੀ। ਕੋਈ ਵੀ ਜਵਾਨ ਔਰਤ ਛੇਤੀ ਨਾਲ ਇਹ ਸਮਝੌਤਾ ਨਹੀਂ ਕਰਦੀ ਕਿ ਉਸ ਦਾ ਪਤੀ ਗ੍ਰਸਤ ਤੋਂ ਨਿਰਲੇਪ ਹੋ ਉਸ ਦੀਆਂ ਅੱਖਾਂ ਸਾਹਮਣੇ ਸਾਧ ਹੋ ਜਾਵੇ। ਇੱਕ ਵਾਰੀ ਆਪ ਸੰਗਤ ਸਮੇਤ ਕੁਟੀਆ 'ਚ ਬੈਠੇ ਸਨ। ਨਾਮ ਦੀ ਰੌ ਬੜੇ ਸਹਿਜ ਵਿੱਚ ਚੱਲ ਰਹੀ ਸੀ। ਇੰਨੇ ਨੂੰ ਮਾਤਾ ਜੀ, ਬਾਬਾ ਜੀ ਦੀ ਸੁਪਤਨੀ ਪ੍ਰਸ਼ਾਦੇ ਲੈ ਕੇ ਆਏ। ਸੰਗਤ ਵਿੱਚ 4-5 ਸਰੀਰ ਹੋਰ ਸਨ। ਸਭ ਲਈ ਪ੍ਰਸ਼ਾਦੇ ਲਿਆਂਦੇ। ਬਾਬਾ ਜੀ ਨੇ ਵੇਖਿਆ ਤੇ ਕਹਿਣ ਲੱਗੇ, ਆਪਣੀ ਮਾਂ ਨੂੰ ਕਹੋ ਇੱਥੋਂ ਚਲੀ ਜਾਏ। ਮਾਤਾ ਜੀ ਨੇ ਸੁਣਿਆ ਤੇ ਪ੍ਰਸ਼ਾਦੇ ਉੱਥੇ ਰੱਖ ਕੇ ਚੁੱਪਚਾਪ ਬਾਹਰ ਆ ਗਏ। ਬਾਬਾ ਜੀ ਕਹਿਣ ਲੱਗੇ, ਚੋਣੀ ਭਾਵ ਗੁਰੂ ਨਾਨਕ ਸਾਹਿਬ ਦੇ ਮਹਿਲ, ਉਹ ਵੀ ਕਦੇ ਕਦਾਈ ਬਾਬੇ ਨਾਲ ਨਾਰਾਜ਼ ਹੋ ਜਾਂਦੇ ਸਨ। ਕਹਿੰਦੀ, ਬਥੇਰਾ ਭ੍ਰਮਣ ਕਰ ਲਿਆ, ਫਿਰ ਤੁਰ ਲਿਆ, ਹੁਣ ਘਰ ਬਹੂ। ਬੱਚਿਆਂ ਵੱਲ ਵੀ ਝਾਤੀ ਮਾਰ, ਇਹਨਾਂ ਦੀ ਪਾਲਣਾ ਕਰਨੀ ਹੈ, ਘਰ ਗ੍ਰਸਤੀ ਹੈ। ਤੁਹਾਡੀ ਮਾਂ ਵੀ ਕਦੇ ਕਦਾਈ ਲੜਦੀ ਹੈ, ਪਰ ਹੈ ਬੜੀ ਚੰਗੀ। ਅੱਧੀ ਰਾਤ ਨੂੰ 2 ਵਜੇ ਹੀ ਪ੍ਰਸ਼ਾਦੇ ਪਕਾ ਦਿੰਦੀ ਹੈ। ਦਿਨੇ ਪਤਾ ਨਹੀਂ ਇਹ ਭੁੱਖਾ ਭਾਗ ਕਿੱਧਰ ਫਿਰਦਾ ਰਹੇ, ਮਤਾ ਭੁੱਖਾ ਹੀ ਰਹੇ। ਬੜਾ ਖਿਆਲ ਰੱਖਦੀ ਹੈ ਤੁਹਾਡੀ ਮਾਂ। ਧੰਨ ਸੀ ਉਹ ਮਾਤਾ ਜਿਸ ਨੂੰ ਐਸੇ ਪੂਰਨ ਤਪੱਸਵੀ ਸਾਧੂ ਦੀ ਸੁਪਤਨੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਸੀ ਉਹ ਮਾਤਾ ਜਿਸ ਨੇ ਸਾਰਾ ਸਮਾਜਿਕ ਭਾਰ ਆਪਣੇ ਮੋਢਿਆਂ 'ਤੇ ਚੁੱਕ ਕੇ ਆਪਣੇ ਪਤੀ ਦੇਵ ਨੂੰ ਬੰਦਗੀ ਦੀ ਆਖਰ ਸੌਂਪ ਛੱਡੀ। ਧੰਨ ਸੀ ਉਹ ਮਾਤਾ ਜਿਸ ਨੇ ਐਸੇ ਬ੍ਰਹਮ ਗਿਆਨੀ ਸਤਿਪੁਰਖ ਦਾ ਜੀਵਨ ਭਰ ਸੰਗ ਮਾਣਿਆ। ਤੈਨੂੰ ਕੋਟਨ ਕੋਟ ਪ੍ਰਣਾਮ ਮਾਤਾ ਜੀ। ਤੇਰਾ ਜੀਵਨ ਸਫਲ ਹੋ ਗਿਆ, ਤੇਰੀ ਕੁੱਲ ਧਨ ਹੋ ਗਈ। ਤੇਰੇ ਸਬਰ ਸਿਦਕ ਨੂੰ ਪ੍ਰਣਾਮ। ਜੁਗਾ ਜੁਗੰਤਰਾਂ ਤੱਕ, ਜਦੋਂ ਤੱਕ ਸੰਤਾਂ ਮਹਾਂਪੁਰਖਾਂ ਦਾ ਨਾਮ ਰਹੇਗਾ, ਉਦੋਂ ਤੱਕ ਆਪ ਜੀ ਦਾ ਨਾਮ ਵੀ ਲਿਆ ਜਾਵੇਗਾ। ਲੱਖਾਂ ਲਖੂਖਾਂ ਵਾਰ ਤੈਨੂੰ ਚਰਨ ਬੰਦਨਾ ਮਾਂ। ਲੱਖਾਂ ਕਰੋੜਾਂ 'ਚੋਂ ਕੋਈ ਵਿਰਲੀ ਮਾਂ, ਕੋਈ ਵਿਰਲੀ ਪਤਨੀ ਪਰਮੇਸ਼ਰ ਕੋਲੋਂ ਆਪਣੀ ਕੁੱਖ ਤੋਂ ਕਿਸੇ ਭਗਤ ਪੁੱਤ ਦੀ ਖੈਰ ਮੰਗਦੀ ਹੈ।
ਬਾਕੀ ਸਾਰਾ ਸੰਸਾਰ ਤਾਂ ਸੰਸਾਰਕ ਸੁੱਖ ਮੰਗਦਾ ਹੈ। ਜਿਸ ਵੀ ਮਾਂ ਪਤਨੀ ਨੇ ਐਸੀ ਖੈਰ ਮੰਗੀ, ਉਸ ਦੀ ਮੁਰਾਦ ਜ਼ਰੂਰ ਪੂਰੀ ਹੋਈ। ਉਹ ਔਰਤ ਧਨ ਹੋ ਗਈ, ਉਸ ਦੀ ਕੁੱਲ ਧਨ ਹੋ ਗਈ, ਉਸ ਦੀ ਕੁੱਖ ਸਫਲੀ ਹੋ ਗਈ। ਮਾਤਾ ਹਰਨਾਮ ਕੌਰ ਜੀ ਨੂੰ ਵੀ ਲੱਖਾਂ ਲੱਖੂਖਾਂ ਵਾਰ ਪ੍ਰਣਾਮ, ਜਿਸ ਦੀ ਕੁੱਖ ਤੋਂ ਸੰਤ ਬਾਬਾ ਜੀ ਦਾ ਪ੍ਰਕਾਸ਼ ਹੋਇਆ। ਸੰਤ ਬਚਨ ਕਰਿਆ ਕਰਦੇ ਸਨ, ਲੋਕ ਆ ਕੇ ਪੁੱਤ ਮੰਗਦੇ ਹਨ, ਖੱਤੀਆਂ ਭਾਵ ਜ਼ਮੀਨਾਂ ਮੰਗਦੇ ਹਨ, ਮਾਇਆ ਮੰਗਦੇ ਹਨ, ਪਰ ਜਿਹੜਾ ਸੌਦਾ ਅਸੀਂ ਰੱਖ ਕੇ ਬੈਠੇ ਹਾਂ ਉਹ ਤਾਂ ਕੋਈ ਮੰਗਦਾ ਨਹੀਂ। ਅਸੀਂ ਰੋਜ਼ ਉਡੀਕਦੇ ਹਾਂ ਕੋਈ ਸਾਡੇ ਸੌਦੇ ਦਾ ਗਾਹਕ ਵੀ ਆਵੇ। ਇੱਕ ਬੀਬੀ ਨਾਮ ਬਾਣੀ ਦੀ ਰਸੀਆ ਆਪਣੇ ਇੱਕ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਦਰਸ਼ਨ ਕਰਨ ਆਈ। ਪਿੱਛੋਂ ਹੀ ਸਾਰੀ ਸੰਗਤ ਨੂੰ ਮੱਥਾ ਟੇਕਿਆ, ਕਿੰਨਾ ਚਿਰ ਸਿਰ ਸੁੱਟ ਛੱਡਿਆ, ਫਿਰ ਉੱਠੀ ਤੇ ਸੰਤਾਂ ਦੇ ਚਰਨਾਂ ਵਾਲੇ ਪਾਸੇ ਹੋ ਕੇ ਬਹਿ ਗਈ। ਨੈਣ ਮੁੰਦ ਲਏ। ਕਿਸੇ ਅਗੰਮੀ ਦੇਸ਼ ਵਿੱਚ ਪੁੱਜੀ ਹੋਈ ਕੋਈ ਜੋਦੜੀ ਕਰ ਰਹੀ ਸੀ। ਉਸ ਦੀ ਗੋਦ ਵਿੱਚੋਂ ਉਹ 2 ਕੁ ਸਾਲ ਦਾ ਬੱਚਾ ਉੱਠਿਆ ਤੇ ਹੌਲੀ ਹੌਲੀ ਨਿੱਕੇ ਨਿੱਕੇ ਪੈਰਾਂ ਨਾਲ ਛੋਟੇ ਛੋਟੇ ਕਦਮ ਪੁੱਟਦਿਆਂ ਸੰਤਾਂ ਦੀ ਪਰਿਕਰਮਾ ਕਰਨ ਲੱਗ ਪਿਆ। ਮਹਾਂਪੁਰਖ ਬਾਬਾ ਜੀ ਵੀ ਅਗੰਮ ਨਾਲ ਇੱਕ ਰੂਪ ਹੋਏ ਲੇਟੇ ਸਨ। ਸੰਤਾਂ ਦੇ ਮਹਾਂ ਦੁਆਲੇ ਗੇੜਾ ਲਾ ਕੇ ਉਹ ਫਿਰ ਆਪਣੀ ਮਾਂ ਦੀ ਗੋਦ ਵਿੱਚ ਜਾ ਬੈਠਾ। ਸਾਰੀ ਸੰਗਤ ਹੈਰਾਨ ਹੋ ਗਈ। ਫਿਰ ਮਾਂ ਨੇ ਕੁਝ ਦੇਰ ਬਾਅਦ ਅੱਖਾਂ ਖੋਲ੍ਹੀਆਂ, ਵਾਪਸ ਸੰਗਤ ਵਿੱਚ ਪਰਤ ਆਈ, ਉਸ ਸਾਈਂ ਦੇ ਦੇਸ਼ ਚੋਂ ਜੋਦੜੀ ਕਰਕੇ। ਬਾਬਾ ਜੀ ਨੇ ਵੀ ਨੈਣ ਖੋਲ੍ਹੇ, ਉੱਠੇ ਤੇ ਉਸ ਮਾਂ ਤੇ ਬਾਲ ਵੱਲ ਵੇਖਿਆ। ਨਦਰੀ ਨਦਰ ਨਿਹਾਲ। ਮਾਂ ਤੇ ਬਾਪੂ ਦੇ ਆਪਸ ਵਿੱਚ ਬਿਨਾਂ ਬੋਲਿਆਂ ਬਚਨ ਬਿਲਾਸ ਹੋ ਗਏ। ਪਰ ਸੰਗਤ ਨੂੰ ਵੀ ਤਾਂ ਕੁਝ ਪਤਾ ਲੱਗੇ ਕਿ ਉਸ ਬੀਬੀ ਨੇ ਕੀ ਮੰਗਿਆ ਜੋ ਬੱਚੇ ਨੇ ਸੰਤਾਂ ਦੀ ਪਰਿਕਰਮਾ ਕੀਤੀ ਹੈ ਅਤੇ ਸੰਤਾਂ ਨੇ ਉਸ ਵੱਲ ਮਿਹਰ ਭਰੀ ਨਜ਼ਰ ਨਾਲ ਤੱਕਿਆ ਹੈ। ਬੀਬੀ ਦੀ ਮੰਗ ਵੀ ਸੰਸਾਰੀ ਲੋਕਾਂ ਨਾਲੋਂ ਬਿਲਕੁਲ ਵੱਖਰੀ ਸੀ। ਕੀ ਮੰਗਿਆ? ਰੱਬ ਰੂਪ ਬਾਬਾ ਜੀ, ਇੱਕ ਮਾਂ ਆਪ ਦੇ ਦਰਬਾਰ 'ਚ ਹਾਜ਼ਰ ਹੋਈ ਹੈ, ਆਪ ਦੇ ਚਰਨਾਂ 'ਚੋਂ ਇੱਕ ਖੈਰ ਮੰਗਦੀ ਹੈ, ਮੇਰਾ ਪੁੱਤ ਸੱਚੀ ਮੁੱਚੀ ਦਾ ਸਾਧ ਹੋ ਜਾਵੇ ਤੇ ਮੇਰੀ ਕੁੱਖ ਸਫਲੀ ਹੋ ਜਾਵੇ। ਪਹਿਲੀ ਵਾਰ ਕਿਸੇ ਮਾਂ ਨੇ ਸਾਧ ਪੁੱਤ ਮੰਗਿਆ ਤੇ ਬਾਬਾ ਕਿਵੇਂ ਨਾ ਕਰ ਦੇਵੇ। ਪਹਿਲੀ ਵਾਰ ਕੋਈ ਉਹ ਸੱਚਾ ਸੌਦਾ ਲੈਣ ਆਇਆ ਹੈ, ਜਿਹੜਾ ਸੱਚਾ ਸੌਦਾ ਸੰਤ ਰੱਖ ਕੇ ਬੈਠੇ ਸਨ, ਪਰ ਕੋਈ ਗਾਹਕ ਨਹੀਂ ਸੀ ਆਉਂਦਾ। ਸ਼ੁਕਰ ਹੈ ਕੋਈ ਤਾਂ ਆਇਆ। ਕੋਈ ਹਰਿਆ ਬੂਟ ਰਹਿਓਰੀ। ਇਹ ਬਾਬੇ ਨਾਨਕ ਦਾ ਬਾਗ ਹੈ, ਇਹ ਕਦੇ ਸੁੱਕ ਨਹੀਂ ਸਕਦਾ। ਕਾਲ ਜਿੰਨੀ ਮਰਜ਼ੀ ਔੜ ਲਾ ਦੇਵੇ, ਇਹ ਸੁੱਕੇਗਾ ਨਹੀਂ, ਹਰਿਆ ਭਰਿਆ ਰਹੇਗਾ। ਇਹ ਵੇਲ ਵੱਧਦੀ ਰਹੇਗੀ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਰਹਾਉ। ਕਦੀ ਕਦੀ ਉਸ ਸਮੇਂ ਦੀਆਂ ਗੱਲਾਂ ਸੁਣਾਉਂਦੇ, ਅੱਗੋਂ ਕੋਈ ਬੋਲਦਾ ਜਾਂ ਹੁੰਗਾਰਾ ਭਰਦਾ ਤਾਂ ਰੋਕ ਦਿੰਦੇ। ਗੁੱਝ ਗੱਲਾਂ ਕਰਦੇ ਸਮੇਂ ਬੜੇ ਸਹਿਜ ਅਤੇ ਗੰਭੀਰਤਾ ਦੇ ਅੰਦਾਜ਼ ਵਿੱਚ ਉਹ ਅਵਸਥਾ ਬਿਆਨਦੇ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘਹਿ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਟੋਲਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।